ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਦੁਨੀਆ ਦਾ ਭਲਾ ਕਰਦੇ ਕਰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ। ਬਨਾਰਸ ਪਹੁੰਚ ਕੇ ਗੁਰੂ ਜੀ ਗੰਗਾ ਦੇ ਕਿਨਾਰੇ ਜਾ ਪਹੁੰਚੇ। ਇੱਕ ਥੜੇ ਦੇ ਉੱਤੇ ਗੁਰੂ ਜੀ ਆਸਣ ਜਮਾ ਕੇ ਬੈਠ ਗਏ। ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਨ ਵਾਲੇ ਲੋਕ ਆਉਣੇ ਸ਼ੁਰੂ ਹੋ ਗਏ। ਭਾਈ ਮਰਦਾਨੇ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਆਸਾਂ ਦੀ ਵਾਰ ਦੇ ਸ਼ਲੋਕ ਦਾ ਗਾਇਨ ਕਰੀ ਗਏ। ਗੁਰੂ ਜੀ ਦਾ ਕੀਰਤਨ ਸੁਣ ਕੇ ਸਾਰੇ ਹੈਰਾਨ ਸਨ। ਇਹ ਕੈਸੇ ਪੁਰਸ਼ ਆਏ ਹਨ ਜਿਨ੍ਹਾਂ ਦਾ ਹੁਲੀਆ ਤੁਰਕਾਂ ਵਰਗਾ ਹੈ, ਪਰ ਹਿੰਦੂ ਤੀਰਥ ਉੱਤੇ ਆ ਬੈਠੇ ਹਨ। ਗੁਰੂ ਜੀ ਦੇ ਚਿਹਰੇ ਦਾ ਪ੍ਰਭਾਵ ਐਸਾ ਸੀ ਕਿ ਕਿਸੇ ਦਾ ਹੌਸਲਾ ਨਹੀਂ ਸੀ ਪੈਂਦਾ ਪੁੱਛਣ ਦਾ। ਉਸ ਸਮੇਂ ਵਿੱਚ ਇੱਕ ਚਤਰਦਾਸ ਨਾਮ ਦਾ ਪੰਡਤ ਉੱਥੇ ਰਹਿੰਦਾ ਸੀ। ਉਸ ਪੰਡਤ ਦੀ ਉੱਥੇ ਭਾਰੀ ਮਾਨਤਾ ਸੀ, ਪਰੰਤੂ ਉਸ ਨੂੰ ਹਉਮੈ ਦਾ ਰੋਗ ਲੱਗਿਆ ਹੋਇਆ ਸੀ। ਉਹ ਪੰਡਤ ਸਮਝਦਾ ਸੀ ਕਿ ਇਸ ਸਮੇਂ ਸੰਸਾਰ ਦੇ ਵਿੱਚ ਉਸ ਵਰਗਾ ਕੋਈ ਵਿਦਵਾਨ ਨਹੀਂ। ਉਸ ਨੇ ਕਈ ਵਿਦਵਾਨਾਂ ਦੇ ਨਾਲ ਸ਼ਾਸਤਰ ਅਰਥ ਦੇ ਨਾਲ ਵਿਜੇ ਪ੍ਰਾਪਤ ਕੀਤੀ ਸੀ। ਇਸ ਦੀ ਤਰਕ ਭਰੀ ਦਲੀਲ ਦੇ ਅੱਗੇ ਕੋਈ ਵੀ ਟਿਕ ਨਹੀਂ ਸੀ ਸਕਦਾ। ਉਸ ਨੂੰ ਆਪਣੀ ਵਿਦਵਤਾ ਤੇ ਬਹੁਤ ਮਾਣ ਸੀ ਅਤੇ ਹੰਕਾਰ ਸੀ। ਉਹ ਕਿਸੇ ਦੀ ਵੀ ਸ਼ੋਭਾਮਾਨ ਦੇਖ ਕੇ ਸਹਾਰ ਨਹੀਂ ਸੀ ਸਕਦਾ। ਇਸੇ ਘਮੰਡ ਕਰਕੇ ਉਹ ਹਰ ਕਿਸੇ ਦੀ ਨਿਰਾਦਰੀ ਕਰਿਆ ਕਰਦਾ ਸੀ। ਜਦੋਂ ਉਸਨੇ ਸੁਣਿਆ ਕਿ ਕਾਸ਼ੀ ਵਿੱਚ ਕੋਈ ਐਸੇ ਮਹਾਪੁਰਸ਼ ਆਏ ਹਨ ਜਿਨ੍ਹਾਂ ਦੀ ਸ਼ੋਭਾ ਖੁਸ਼ਬੂ ਵਾਂਗ ਚਾਰ ਚੁਫੇਰੇ ਖਿਲਰੀ ਹੋਈ ਹੈ ਅਤੇ ਲੋਕਾਂ ਦੀ ਭੀੜ ਉਹਨਾਂ ਦੇ ਪਾਸ ਲੱਗੀ ਰਹਿੰਦੀ ਹੈ, ਸ਼ਰਧਾਲੂ ਉਹਨਾਂ ਦੇ ਦਰਸ਼ਨ ਕਰਕੇ ਤੇ ਉਹਨਾਂ ਦੇ ਪਾਸੋਂ ਉਪਦੇਸ਼ ਲੈ ਕੇ ਆਪਣਾ ਜੀਵਨ ਸੰਵਾਰਦੇ ਹਨ। ਪੰਡਤ ਚਤਰਦਾਸ ਈਰਖਾ ਦੀ ਅਗਨੀ ਨਾਲ ਜਲ ਉੱਠਿਆ ਕਿ ਐਸਾ ਕੌਣ ਆਇਆ ਹੈ। ਕੁਝ ਹੀ ਦਿਨਾਂ ਵਿੱਚ ਉਹਨਾਂ ਦੀ ਉਸਤਤ ਸਾਰਾ ਸ਼ਹਿਰ ਕਰਨ ਲੱਗ ਪਿਆ ਹੈ ਤੇ ਮੇਰਾ ਕੋਈ ਨਾਮ ਨਹੀਂ ਲੈਂਦਾ। ਉਸਨੇ ਆਪਣੀ ਵਿਦਵਤਾ ਦੇ ਸਹਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਾਸਤਰ ਅਰਥ ਵਿੱਚੋਂ ਲਿਜਾ ਕੇ ਉਹਨਾਂ ਦੇ ਉੱਤੇ ਵਿਜੇ ਪ੍ਰਾਪਤ ਕਰਨ ਦਾ ਪੱਕਾ ਮਨ ਬਣਾਇਆ। ਉਸ ਦਾ ਖਿਆਲ ਸੀ ਕਿ ਗੁਰੂ ਜੀ ਉਸ ਦੇ ਵਿਦਵਤਾ ਭਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਦੇ ਸਕਣਗੇ ਤੇ ਲੋਕੀ ਉਹਨਾਂ ਦੀ ਉਪਮਾ ਕਰਨੋਂ ਹਟ ਜਾਣਗੇ। ਫਿਰ ਉਸ ਦੀ ਆਪਣੀ ਮਾਨਤਾ ਕਾਇਮ ਹੋ ਜਾਵੇਗੀ। ਇਹ ਵਿਚਾਰ ਕਰਦਾ ਹੋਇਆ ਪੰਡਤ ਚਤਰਦਾਸ ਆਪਣੇ ਕਈ ਸੰਗੀ ਸਾਥੀਆਂ ਦੇ ਨਾਲ ਇੱਕ ਦਿਨ ਗੁਰੂ ਜੀ ਦੇ ਕੋਲ ਆਇਆ। ਪੰਡਤ ਚਤਰਦਾਸ ਨੇ ਜਦੋਂ ਗੁਰੂ ਜੀ ਦੇ ਚਿਹਰੇ ਦੇ ਨੂਰ ਨੂੰ ਦੇਖਿਆ ਤਾਂ ਉਸ ਦੇ ਹਿਰਦੇ ਵਿੱਚੋਂ ਜਨਮ ਜਨਮਾਂਤਰਾਂ ਦੀ ਮੈਲ ਉਤਰਨੀ ਸ਼ੁਰੂ ਹੋ ਗਈ। ਗੁਰੂ ਜੀ ਦੀ ਇੱਕੋ ਤੱਕਣੀ ਨਾਲ ਉਹ ਆਪਾ ਭੁੱਲ ਗਿਆ ਤੇ ਉਸ ਦਾ ਮਨ ਸ਼ਾਂਤ ਹੋ ਗਿਆ। ਪਰੰਤੂ ਹਲੇ ਕੁਛ ਕਸਰ ਬਾਕੀ ਸੀ, ਪਰ ਹਉਮੈ ਦਾ ਕੰਡਾ ਹਜੇ ਕੁਛ ਰੜਕਾ ਮਾਰ ਰਿਹਾ ਸੀ। ਫਿਰ ਪੰਡਤ ਗੁਰੂ ਜੀ ਨੂੰ ਕਹਿਣ ਲੱਗਾ, ਗੁਰੂ ਜੀ, ਮੈਂ ਆਪ ਨਾਲ ਕੁਛ ਪ੍ਰਸ਼ਨ ਕਰਨੇ ਦੇ ਲਈ ਆਇਆ ਹਾਂ, ਆਗਿਆ ਹੋਵੇ ਤਾਂ ਕੁਛ ਪ੍ਰਸ਼ਨ ਕਰਾਂ। ਫਿਰ ਗੁਰੂ ਜੀ ਨੇ ਕਿਹਾ, ਪੰਡਤ ਚਤਰਦਾਸ ਜੀ, ਤੁਸੀਂ ਜੇਕਰ ਕੁਛ ਪ੍ਰਸ਼ਨ ਉੱਤਰ ਕਰਨੇ ਹਨ, ਇਸ ਬਾਗ ਦੇ ਅੰਦਰ ਇੱਕ ਕੁੱਤਾ ਹੈ। ਕਿਸੇ ਸਮੇਂ ਉਹ ਵੀ ਇੱਥੇ ਦਾ ਇੱਕ ਭਾਰੀ ਵਿਦਵਾਨ ਪੰਡਤ ਸੀ, ਪਰੰਤੂ ਕਿਸੇ ਕਾਰਨ ਉਹ ਕੁੱਤੇ ਦੀ ਜੂਨ ਭੋਗ ਰਿਹਾ ਹੈ। ਤੁਸੀਂ ਉਸ ਨੂੰ ਇੱਥੇ ਲੈ ਕੇ ਆਓ, ਉਹ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉੱਤਰ ਦੇਵੇਗਾ। ਅਸੀਂ ਤਾਂ ਇਹਨਾਂ ਵਾਦ ਵਿਵਾਦਾਂ ਵਾਲੇ ਝਗੜਿਆਂ ਵਿੱਚ ਨਹੀਂ ਪੈਣਾ। ਗੁਰੂ ਜੀ ਦਾ ਇਹ ਬਚਨ ਸੁਣ ਕੇ ਪੰਡਤ ਚਤਰਦਾਸ ਹੈਰਾਨ ਹੋ ਗਿਆ। ਉਹ ਸੋਚਣ ਲੱਗਾ ਕਿ ਇਹ ਮੇਰੇ ਨਾਲ ਮਖੌਲ ਕਰ ਰਹੇ ਹਨ।
ਚਤਰਦਾਸ ਕਹਿਣ ਲੱਗਾ, ਗੁਰੂ ਜੀ, ਇਹ ਕਿਵੇਂ ਹੋ ਸਕਦਾ ਹੈ? ਕੁੱਤਾ ਕਿਸ ਤਰ੍ਹਾਂ ਕਿਸੇ ਦੇ ਪ੍ਰਸ਼ਨਾਂ ਦਾ ਉੱਤਰ ਦੇ ਸਕਦਾ ਹੈ? ਗੁਰੂ ਜੀ ਨੇ ਕਿਹਾ ਕਿ ਜਾਓ, ਤੁਸੀਂ ਉਸ ਨੂੰ ਸਾਡੇ ਪਾਸ ਲੈ ਕੇ ਆਓ। ਗੁਰੂ ਜੀ ਦੀ ਆਗਿਆ ਪਾ ਕੇ ਪੰਡਤ ਜੀ ਕੁਝ ਕਦਮ ਗਏ ਤਾਂ ਇੱਕ ਕੁੱਤਾ ਬੈਠਾ ਨਜ਼ਰ ਆਇਆ ਤੇ ਉਸ ਨੂੰ ਆਣ ਹਾਜ਼ਰ ਕੀਤਾ। ਜਦੋਂ ਗੁਰੂ ਨਾਨਕ ਦੇਵ ਜੀ ਨੇ ਉਸ ਕੁੱਤੇ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਿਆ ਤਾਂ ਦੇਖਦਿਆਂ ਹੀ ਦੇਖਦਿਆਂ ਉਹ ਇੱਕ ਸੁੰਦਰ ਸਰੂਪ, ਧੋਤੀ ਜੰਜੂ, ਤਿਲਕ ਮਾਲਾ ਆਦਿ ਇੱਕ ਵਿਦਵਾਨ ਪੰਡਤ ਬੈਠਾ ਨਜ਼ਰ ਆਉਣ ਲੱਗਾ। ਸਾਰੇ ਪੰਡਤ ਅਤੇ ਹੋਰ ਲੋਕ ਇਹ ਦੇਖ ਕੇ ਹੈਰਾਨ ਹੋਏ ਕਿ ਇਹ ਕੀ ਕੌਤਕ ਹੋਇਆ ਹੈ, ਪਰ ਸਮਝ ਕੁਛ ਨਾ ਆਵੇ। ਸਾਰੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਗੁਰੂ ਜੀ, ਇਹ ਕੀ ਕੌਤਕ ਹੈ? ਇਹ ਕੁੱਤੇ ਦੇ ਰੂਪ ਵਿੱਚ ਆਇਆ ਹੈ। ਹੁਣ ਇਸ ਦਾ ਰੂਪ ਬਦਲ ਕੇ ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਕੋਈ ਪੰਡਤ ਜੀ ਬੈਠੇ ਹਨ। ਕਿਰਪਾ ਕਰਕੇ ਦੱਸੋ ਕਿ ਅਸੀਂ ਕੋਈ ਸੁਪਨਾ ਤਾਂ ਨਹੀਂ ਦੇਖ ਰਹੇ। ਫਿਰ ਗੁਰੂ ਜੀ ਮੁਸਕਰਾਏ ਤੇ ਆਖਿਆ, ਇਸ ਨੂੰ ਪੁੱਛੋ, ਇਹ ਤੁਹਾਨੂੰ ਸਭ ਕੁਝ ਦੱਸੇਗਾ। ਫਿਰ ਪੰਡਤਾਂ ਨੇ ਉਸ ਨੂੰ ਪੁੱਛਿਆ ਕਿ ਆਪ ਕੌਣ ਹੋ? ਉਸ ਨੇ ਇਉਂ ਕਹਿਣਾ ਸ਼ੁਰੂ ਕੀਤਾ, ਕਿਸੇ ਸਮੇਂ ਮੈਂ ਵੀ ਕਾਸ਼ੀ ਦਾ ਰਹਿਣ ਵਾਲਾ, ਆਪਣੇ ਸਮੇਂ ਦਾ ਵਿਦਵਾਨ ਪੰਡਤ ਸੀ। ਮੇਰਾ ਵੀ ਤੁਹਾਡੇ ਵਾਂਗ ਜੋ ਕਰਮ ਸੀ। ਜੇ ਕੋਈ ਮਹਾਪੁਰਸ਼, ਸਾਧੂ ਸੰਤ, ਮਹਾਤਮਾ ਜੋਗੀ, ਸੰਨਿਆਸੀ ਇੱਥੇ ਆਉਂਦਾ ਸੀ, ਮੈਂ ਆਪਣੀ ਈਰਖਾ ਸੁਭਾਅ ਦੇ ਕਰਕੇ ਇੱਥੇ ਟਿਕਣ ਨਹੀਂ ਸੀ ਦਿੰਦਾ। ਸ਼ਾਸਤਰ ਅਰਥ ਰਾਹੀਂ ਉਹਨਾਂ ਨੂੰ ਨਿਰੁੱਤਰ ਕਰਕੇ ਕਾਸ਼ੀ ਵਿੱਚੋਂ ਭਜਾ ਦਿੰਦਾ ਸੀ। ਇੱਕ ਸਮੇਂ ਇੱਕ ਮਹਾਪੁਰਸ਼ ਇੱਥੇ ਆਏ। ਉਹਨਾਂ ਨਾਲ ਪ੍ਰਸ਼ਨ ਉੱਤਰ ਕਰਦਿਆਂ ਕਾਫੀ ਸਮਾਂ ਬਤੀਤ ਹੋ ਗਿਆ, ਪਰ ਫਿਰ ਵੀ ਮੈਂ ਉਹਨਾਂ ਦਾ ਖਹਿੜਾ ਛੱਡਣ ਨੂੰ ਨਹੀਂ ਸੀ ਆਉਂਦਾ। ਸਹਿਜ ਸੁਭਾਅ ਹੀ ਉਹਨਾਂ ਦੇ ਮੁਖ ਚੋਂ ਨਿਕਲ ਗਿਆ, ਕਿਉਂ ਕੁੱਤਿਆਂ ਦੀ ਤਰ੍ਹਾਂ ਭੌਂਕਦਾ ਹੈ। ਇਹ ਬਚਨ ਸੁਣ ਕੇ ਮੈਂ ਸਮਝ ਗਿਆ ਕਿ ਮੈਨੂੰ ਸਰਾਪ ਮਿਲ ਗਿਆ ਹੈ। ਮਹਾਪੁਰਸ਼ਾਂ ਤੋਂ ਖਿਮਾ ਦਾ ਇਜਾਜ਼ਤ ਹੋਇਆ। ਪ੍ਰਭੂ ਹੁਣ ਕੀ ਹੋ ਸਕਦਾ ਸੀ? ਫਿਰ ਮਹਾਪੁਰਸ਼ ਕਹਿਣ ਲੱਗੇ ਕਿ ਤੈਨੂੰ ਹੁਣ ਕੁੱਤੇ ਦੀ ਜੂਨ ਜ਼ਰੂਰ ਭੋਗਣੀ ਪਵੇਗੀ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ, ਮੇਰੇ ਤੇ ਕਿਰਪਾ ਕਰੋ। ਦੱਸੋ, ਮੇਰਾ ਪਾਰ ਉਤਾਰਾ ਕਿਵੇਂ ਅਤੇ ਕਦੋਂ ਹੋਵੇਗਾ? ਮੈਨੂੰ ਕੁੱਤੇ ਦੀ ਜੂਨ ਤੋਂ ਛੁਟਕਾਰਾ ਕਦੋਂ ਮਿਲੇਗਾ? ਫਿਰ ਉਹਨਾਂ ਨੇ ਕਿਹਾ, ਕਲਯੁਗ ਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਉਣਗੇ। ਉਹਨਾਂ ਦੀ ਕਿਰਪਾ ਦ੍ਰਿਸ਼ਟੀ ਤੇਰੇ ਉੱਤੇ ਪਵੇਗੀ ਤਾਂ ਤੇਰਾ ਉਧਾਰ ਹੋਵੇਗਾ। ਤਾਂ ਮੈਂ ਉਸ ਸਮੇਂ ਤੋਂ ਮੈਂ ਇਸ ਸ਼ੁਭ ਘੜੀ ਦੀ ਉਡੀਕ ਵਿੱਚ ਹਾਂ, ਸੋ ਮੈਨੂੰ ਹੁਣ ਨਸੀਬ ਹੋਈ ਹੈ। ਹੁਣ ਤੁਸੀਂ ਜਲਦੀ ਕਰੋ, ਜੋ ਪੁੱਛਣਾ ਹੈ ਪੁੱਛੋ, ਮੈਂ ਇਹਨਾਂ ਮਹਾਪੁਰਸ਼ਾਂ ਦੇ ਦੁਆਰਾ ਉੱਤਰ ਦਿਆਂਗਾ। ਇਹ ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਇਹ ਕਥਾ ਉਸ ਪੰਡਤ ਦੇ ਮੂੰਹੋਂ ਸੁਣ ਕੇ ਸਾਰੇ ਪੰਡਤ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਡਿੱਗ ਪਏ ਤੇ ਨਿਮਰਤਾ ਸਹਿਤ ਬੇਨਤੀਆਂ ਕਰਨ ਲੱਗੇ, ਅਸੀਂ ਤੁਹਾਨੂੰ ਸਮਝ ਨਹੀਂ ਸਕੇ। ਤੁਸੀਂ ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਦਰਸ਼ਨ ਦੇ ਰਹੇ ਹੋ। ਸਾਨੂੰ ਬਖਸ਼ ਦਿਓ ਤੇ ਸਾਡੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੋ। ਸਾਨੂੰ ਤੁਸੀਂ ਸ਼ੁਭ ਉਪਦੇਸ਼ ਦਿਓ, ਜਿਸ ਨਾਲ ਅੱਗੇ ਚੱਲ ਕੇ ਸਾਡਾ ਵੀ ਪਾਰ ਉਤਾਰਾ ਹੋ ਸਕੇ। ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਪੰਡਤ ਜੀ, ਤੁਸੀਂ ਦਿਖਾਵੇ ਮਾਤਰ ਕਰਮ ਕਾਂਡ ਕਰ ਰਹੇ ਹੋ ਤੇ ਸਧਾਰਨ ਲੋਕਾਂ ਨੂੰ ਭਰਮਾਂ ਭੁਲੇਖਿਆਂ ਵਿੱਚ ਪਾ ਰਹੇ ਹੋ। ਇਹਨਾਂ ਕਰਮ ਕਾਂਡਾਂ ਰਾਹੀਂ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ ਜਦੋਂ ਤੱਕ ਤੁਸੀਂ ਵਾਹਿਗੁਰੂ ਦਾ ਧਿਆਨ ਕਰਕੇ ਸਿਮਰਨ ਨਹੀਂ ਕਰੋਗੇ। ਫਿਰ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ,
ਕੀਤਾ। ਉਸ ਸ਼ਬਦ ਨੂੰ ਸੁਣ ਕੇ ਉਹਨਾਂ ਸਾਰਿਆਂ ਦੇ ਕਪਾਟ ਖੁੱਲ ਗਏ। ਉਧਰ ਕੁੱਤੇ ਦਾ ਰੂਪ ਤੇ ਆ ਕੇ ਬੈਠੇ ਪੰਡਤ ਗੰਗਾ ਰਾਮ ਤੇ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪਈ ਤਾਂ ਉਸਨੇ ਵੀ ਹੱਥ ਜੋੜ ਕੇ ਅੰਤਿਮ ਨਮਸਕਾਰ ਕੀਤੀ। ਉਸ ਪੰਡਤ ਦੀ ਜੀਵ ਆਤਮਾ ਨੂੰ ਗੁਰੂ ਜੀ ਨੇ ਸਿੱਧਾ ਬੇਖੁੰਡ ਧਾਮ ਵਿੱਚ ਭੇਜ ਦਿੱਤਾ। ਇਹ ਸੁੰਦਰ ਨਜ਼ਾਰਾ ਦੇਖ ਕੇ ਸਾਰੇ ਦਰਸ਼ਕ ਕਹਿਣ ਲੱਗੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਸਤਿਨਾਮ ਸ੍ਰੀ ਵਾਹਿਗੁਰੂ ਜੀ।